ਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ ਹਰਜੋਤ ਸਿੰਘ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 13 ਤਰੀਕ ਆ ਤੇ ਦਿਨ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਜੇਕਰ ਤੁਸੀਂ ਅਜੇ ਤੱਕ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਦੇ ਤਹਿਤ ਨਹੀਂ ਕਰਵਾਈ ਤਾਂ ਅਜੇ ਵੀ ਕੈਲੀਫੋਰਨੀਆ 'ਚ ਰਹਿਣ ਵਾਲਿਆਂ ਦੇ ਲਈ 11 ਅਪ੍ਰੈਲ ਤੱਕ ਮੌਕਾ ਹੈ। ਤੁਸੀਂ ਕਾਲ ਕਰ ਸਕਦੇ ਹੋ 408 272 2500 ਦੇ ਉੱਤੇ। ਮੈਡੀਕੇਅਰ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ ਜਾਂ ਚੱਲ ਰਹੇ ਮੈਡੀਕੇਅਰ ਦੇ ਵਿੱਚ ਕੁਝ ਤਬਦੀਲੀ ਕਰਵਾਉਣਾ ਚਾਹੁੰਦੇ ਹੋ ਤਾਂ ਕਾਲ ਕਰੋ 408 272 2500 ਦੇ ਉੱਤੇ। ਨਾਲ ਹੀ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415 900 503 415 9090 ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸੇਵਕ ਸਿੰਘ ਹੋਲਿਸਟਰ, ਰਮਿੰਦਰ ਬਸਰਾ, ਕਰਮਜੀਤ ਸਿੰਘ ਚੌਹਾਨ, ਹਰਦਿਆਲ ਸਿੰਘ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ, ਫਰੀਮਾਉਂਟ, ਮਨਜੀਤ ਸਿੰਘ ਕਾਲੋਂ, ਲੈਂਡਮਾਰਕ ਟਰਾਂਸ ਮੋਡੈਸਟੋ, ਮੱਖਣ ਸਿੰਘ ਮਾਨ, ਜੈਨਸਨ ਮਿਲ, ਵਿਸਕਾਂਸਨ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ। ਅਮਰੀਕਾ ਦੇ ਵਿੱਚ ਹੁਣ ਕਈ ਸਟੇਟਾਂ ਦੇ ਗਵਰਨਰ ਇੰਨੇ ਔਖੇ ਆ ਕਿ ਕੈਲੀਫੋਰਨੀਆ ਦੇ ਲੋਕ ਉਹਨਾਂ ਦੀ ਸਟੇਟ ਦੇ ਵਿੱਚ ਨਾ ਆਉਣ। ਅੱਜ ਯੂਟਾ ਦੇ ਗਵਰਨਰ ਨੇ ਵਾਈਟ ਹਾਊਸ ਦੇ ਸਾਹਮਣੇ ਖੜ ਕੇ ਨਿਊ ਜਰਸੀ ਦੇ ਗਵਰਨਰ ਜੋ ਹੈਗੇ ਆ ਫਿਲ ਮਰਫੀ, ਉਹਨਾਂ ਦੇ ਨਾਲ ਇਹ ਕਿਹਾ ਵੀ ਕੈਲੀਫੋਰਨੀਆ ਦੇ ਲੋਕ ਆ ਜੋ ਮੈਂ ਇਹ ਚਾਹੁੰਦਾ ਵੀ ਉਹ ਆਪਣੀ ਸਟੇਟ ਦੇ ਵਿੱਚ ਹੀ ਖੁਸ਼ ਰਹਿਣ ਤੇ ਯੂਟਾ ਨੂੰ ਨਾ ਮੂਵ ਹੋਣ। ਗਵਰਨਰ ਸਪੈਂਸਰ ਕਾਕਸ ਯੂਟਾ ਦੇ ਆ, ਕਹਿੰਦੇ ਸਟੇ ਇਨ ਕੈਲੀਫੋਰਨੀਆ ਕਿਉਂਕਿ ਸਾਡੀ ਸਟੇਟ ਨੂੰ ਹਾਊਸਿੰਗ ਦੀ ਤੇ ਪਾਣੀ ਸ਼ਾਰਟੇਜ ਦੀ, ਵਾਟਰ ਸ਼ਾਰਟੇਜ ਦੀ ਬਹੁਤ ਵੱਡੀ ਪ੍ਰੋਬਲਮ ਹੈਗੀ ਆ। ਨੈਸ਼ਨਲ ਗਵਰਨਰ ਐਸੋਸੀਏਸ਼ਨ ਦਾ ਐਨੂਅਲ ਵਿੰਟਰ ਮੀਟਿੰਗ ਸੀ, ਜਿਹਦੇ ਵਿੱਚ ਦੋਨੋਂ ਗਵਰਨਰਾਂ ਨੇ ਬਾਹਰ ਖੜ ਕੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ। ਉਹਦੇ ਵਿੱਚ ਉਹਨਾਂ ਨੇ ਕਿਹਾ ਇਮੀਗ੍ਰੇਸ਼ਨ ਨੂੰ ਲੈ ਕੇ, ਅਨਡਾਕੂਮੈਂਟਡ ਲੋਕਾਂ ਨੂੰ ਲੈ ਕੇ ਬਹੁਤ ਸਾਰੀਆਂ ਸਟੇਟਸ ਦੇ ਵਿੱਚ ਪ੍ਰੋਬਲਮ ਹੈਗੀਆਂ ਆ। ਯੂਟਾ ਦੀ ਜੇ ਗੱਲ ਦੱਸਦੇ ਜਾਈਏ, ਯੂਟਾ ਦੇ ਵਿੱਚ 27,63,885 ਲੋਕ ਸੀ। 2,07,63,885 2010 ਵਿੱਚ ਸੀ, ਜੋ ਗਿਣਤੀ 2020 ਦੇ ਵਿੱਚ 3,02,71,616 ਹੋ ਗਈ। 18.3% ਇਨਕਰੀਜ਼ ਹੋਇਆ ਹੈਗਾ। ਸੋ ਸਾਰਾ ਕੁਝ ਉਹਨਾਂ ਦਾ ਮਹਿੰਗਾ ਹੋ ਰਿਹਾ, ਇਸ ਕਰਕੇ ਉਹਨਾਂ ਨੇ ਇਹ ਸ਼ਰੇਆਮ ਹੀ ਕਹਿ ਦਿੱਤਾ। ਤੇ ਇਸ ਤੋਂ ਬਿਨਾਂ ਜੇ ਹੋਰ ਵੀ ਗੱਲ ਕਰਦੇ ਜਾਈਏ, ਟੈਕਸਸ ਦੇ ਵਿੱਚ ਤਾਂ ਬਿੱਲ ਬੋਰਡ ਲਾਏ ਹੋਏ ਹੈਗੇ ਆ ਵੀ ਡੋਂਟ ਮੂਵ ਟੂ ਟੈਕਸਸ। ਸੋ ਇਸ ਤੋਂ ਬਿਨਾਂ ਹੋਰ ਵੀ ਕਈ ਸਟੇਟਾਂ ਦੀਆਂ, ਆਇਓਵਾ, ਉੱਥੋਂ ਵੀ ਖਬਰਾਂ ਆ ਰਹੀਆਂ ਹੈਗੀਆਂ। ਯੂਟਾ ਦੇ ਵਿੱਚ ਰੈਕੋਰਡ ਨੰਬਰ ਆਫ ਹੋਮ ਬਿਲਡਿੰਗ ਹੋਈ ਆ ਸੰਨ 2021 ਚ, ਪਰ ਸਟਿਲ ਉਹ ਉੱਥੇ ਜੋ ਘਰਾਂ ਦੀ ਘਾਟ ਬਹੁਤ ਜ਼ਿਆਦਾ ਆ। ਇਹ ਬੜੀ ਕਮਾਲ ਦੀ ਗੱਲ ਆ। ਜਾਂ ਤਾਂ ਫਿਰ ਅਮਰੀਕਾ ਦੇ ਵੱਖ-ਵੱਖ ਟੋਟੇ ਹੋ ਜਾਣੇ ਆ ਵੀ ਚਾਹੁੰਦੇ ਇੱਦਾਂ। ਇਹ ਹੁਣ ਜੇ ਅਮਰੀਕੀ ਬੰਦਿਆਂ ਨੂੰ ਕਹੋ ਵੀ ਤੁਸੀਂ ਆਹ ਸਟੇਟ 'ਚ ਨਹੀਂ ਜਾ ਸਕਦੇ, ਉਹ 'ਚ ਨਹੀਂ ਜਾ ਸਕਦੇ, ਇੱਥੇ ਵਾਲੇ ਨਹੀਂ ਆਉਣ, ਉੱਥੇ ਵਾਲੇ ਨਹੀਂ ਆਉਣ, ਤਾਂ ਫਿਰ ਯੂਨਾਈਟਿਡ ਨੇਸ਼ਨਸ ਆਫ ਅਮਰੀਕਾ ਜਿਹੜਾ ਉਹ ਕਿੱਦਾਂ ਹੋਊਗਾ। ਰੋਕ ਟੋਕ ਤਾਂ ਵੈਸੇ ਨਹੀਂ ਹੋਣੀ ਚਾਹੀਦੀ। ਕੈਲੀਫੋਰਨੀਅਨਸ ਦੇ ਨਾਲ ਇੰਨੀ ਨਫ਼ਰਤ ਜਿਹੜੀ ਆ ਉਹ ਆਈ ਥਿੰਕ ਬਹੁਤੀ ਚੰਗੀ ਜਿਹੜੀ ਉਹ ਗੱਲ ਨਹੀਂ। ਹਾਂ, ਪੋਲਿਸੀਜ਼ ਦਾ ਜਿਹੜਾ ਉਹ ਵਖਰੇਵਾਂ ਹਰ ਇੱਕ ਥਾਵਾਂ ਦੇ ਉੱਤੇ ਦੋ ਜਿਹੜੀਆਂ ਸੂਬਿਆਂ ਦੇ ਵਿਚਾਲੇ ਜਿਹੜਾ ਉਹ ਹੁੰਦਾ ਹੀ ਹੁੰਦਾ ਆ, ਪਰ ਆਈ ਥਿੰਕ ਇਹ ਟੂ ਮੱਚ ਜਿਹੜੀ ਗੱਲ ਆ ਇਹ ਹੋ ਰਹੀ ਆ। ਹੁਣ ਇੱਥੇ ਵੀ ਤਾਂ ਬਾਹਰਲੇ ਸੂਬਿਆਂ ਤੋਂ ਆ ਕੇ ਲੋਕ ਉਹ ਵੱਸਦੇ ਨੇ। ਹੁਣ ਜੇ ਇਹ ਵੀ ਕਹੀ ਜਾਣ ਵੀ ਬਾਹਰ ਦੜਾ ਦਿਓ, ਇੱਦਾਂ ਕਰ ਦਿਓ, ਆਈ ਥਿੰਕ ਇਹ ਕੰਮ ਦਾ ਥੋੜ੍ਹਾ ਇਹਦੇ ਵਿੱਚ ਇਹ ਆ ਵੀ ਵੱਧ ਜ਼ਿਆਦਾ ਜਾਣਾ ਆ ਆਪਸ ਦੇ ਵਿੱਚ ਜਿਹੜੀ ਡਿਵਾਈਸਿਵਨੈਸ ਆ, ਇਹਨਾਂ ਕੰਮ ਬਹੁਤਾ ਠੀਕ ਜਿਹੜਾ ਉਹ ਨਹੀਂ ਹੋਣ ਵਾਲਾ ਹੈਗਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅਫੋਰਡੇਬਲ ਹਾਊਸਿੰਗ ਨੂੰ ਜਿਹੜਾ ਹੋਰ ਈਜ਼ੀਲੀ ਬਿਲਡ ਕਰਨ ਦੇ ਲਈ ਕੈਲੀਫੋਰਨੀਆ ਦੇ ਵਿੱਚ ਇੱਕ ਨਵਾਂ ਪ੍ਰਪੋਜ਼ਲ ਜਿਹੜਾ ਉਹ ਲਿਆਂਦਾ ਜਾ ਰਿਹਾ ਆ। ਕੈਲੀਫੋਰਨੀਆ ਦੇ ਸਟੇਟ ਸੈਨੇਟਰ ਸਕਾਟ ਵੀਨਰ
ਉਹਨਾਂ ਨੇ ਨਵੇਂ ਲੈਜਿਸਲੇਸ਼ਨ ਦਾ ਐਲਾਨ ਕੀਤਾ ਆ SB 35। ਕਹਿੰਦੇ ਵੀ 2017 ਦੇ ਵਿੱਚ ਕਾਨੂੰਨ ਦੇ ਵਿੱਚ ਆ ਗਿਆ ਸੀਗਾ ਜਦੋਂ ਉਹਨਾਂ ਉੱਤੇ ਸਾਈਨ ਕਰ ਦਿੱਤੇ ਗਏ ਸੀਗੇ। ਇਸ ਦੇ ਨਾਲ ਕਹਿੰਦੇ ਵੀ ਜਿਹੜੀ ਪਰਮਿਟ ਲੈਣੇ ਤੇ ਪਲੈਨਿੰਗ ਪ੍ਰੋਸੈਸ ਆ ਅਫੋਰਡੇਬਲ ਹਾਊਸਿੰਗ ਦੇ ਲਈ ਉਸ ਨੂੰ ਸਟ੍ਰੀਮਲਾਈਨ ਕਰਨ ਦੀ ਜਿਹੜੀ ਉਹ ਕੋਸ਼ਿਸ਼ ਸੀ। ਕਹਿੰਦੇ ਵੀ ਸੈਨ ਫਰਾਂਸਿਸਕੋ ਦੇ ਵਿੱਚ ਇਹਦੇ ਕਰਕੇ 2017 ਤੋਂ ਲੈ ਕੇ ਹੁਣ ਤੱਕ 2000 ਘਰ ਜਿਹੜੇ ਆ ਉਹ ਡਿਲੀਵਰ ਕੀਤੇ ਜਾ ਸਕਦੇ ਆ ਜਾ ਚੁੱਕੇ ਨੇ ਤੇ 1000 ਜਿਹੜੇ ਪਾਈਪਲਾਈਨ ਦੇ ਵਿੱਚ ਆ। SB 35 2035 ਦੇ ਵਿੱਚ ਐਕਸਪਾਇਰ ਜਿਹੜਾ ਉਹ ਹੋਣ ਜਾ ਰਿਹਾ ਆ। ਜਿਹੜਾ ਪਰਮਿਟਿੰਗ ਤੇ ਪਲੈਨਿੰਗ ਪ੍ਰੋਸੈਸ ਦਾ ਇਹਨਾਂ ਨੇ ਸਟ੍ਰੀਮਲਾਈਨ ਜਿਹੜਾ ਉਹ ਕੀਤਾ ਸੀਗਾ ਤੇ ਜਿਹੜੇ ਸਕਾਟ ਵੀਨਰ ਆ ਉਹ ਚਾਹੁੰਦੇ ਆ ਵੀ ਇਸ ਨੂੰ ਐਕਸਪਾਇਰ ਨਾ ਹੋਣ ਦਿੱਤਾ ਜਾਵੇ ਤੇ ਅੱਗੇ ਇਸ ਨੂੰ ਐਕਸਟੈਂਡ ਕਰ ਦਿੱਤਾ ਜਾਵੇ। ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਐਲਾਨ ਕੀਤਾ ਵੀ SB 423 SB 423 ਜਿਹੜਾ ਬਿੱਲ ਹੈਗਾ ਆ ਉਸ ਨੂੰ ਉਹਨਾਂ ਨੇ ਅਨਾਉਂਸ ਕੀਤਾ। ਕਹਿੰਦੇ ਵੀ ਜੇ ਉਹ ਸਾਈਨ ਹੋ ਜਾਂਦਾ ਹੈ ਲਾਅ ਦੇ ਵਿੱਚ ਤਾਂ SB 35 ਦੀ ਜਿਹੜੀ ਐਕਸਪਾਇਰੇਸ਼ਨ ਡੇਟ ਆ ਉਸ ਨੂੰ ਹਟਾ ਦਿੱਤਾ ਜਾਊਗਾ। ਉਹ ਮੰਨਦੇ ਆ ਵੀ ਇਸ ਬਿੱਲ ਆਉਣ ਦੇ ਨਾਲ ਜਿਹੜੀ ਅਫੋਰਡੇਬਲ ਹਾਊਸਿੰਗ ਦੀ ਕ੍ਰਾਈਸਿਸ ਇਸ ਟਾਈਮ ਕੈਲੀਫੋਰਨੀਆ ਦੇ ਵਿੱਚ ਚੱਲ ਰਹੀ ਹੈਗੀ ਆ ਉਹ ਜਿਹੜੀ ਉਸ ਦੇ ਨਾਲ ਕੁਝ ਡਿਫਰੈਂਸ ਆ ਉਹ ਹੋ ਜਾਵੇਗਾ। ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਇਸ ਮੌਕੇ 2.5 ਮਿਲੀਅਨ ਨਵੇਂ ਘਰਾਂ ਦੀ ਜਿਹੜੀ ਉਹ ਜ਼ਰੂਰਤ ਆ ਅਗਲੇ 8 ਸਾਲਾਂ ਦੇ ਵਿੱਚ ਜੇ ਸਾਰੇ ਲੋਕਾਂ ਦੇ ਲਈ ਰਿਹਾਇਸ਼ ਚਾਹੀਦੀ ਆ ਤਾਂ। ਜੀ ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਆਪਾਂ ਨੂੰ ਪਤਾ ਹੀ ਆ ਵੀ ਖਾਸ ਕਰਕੇ ਇੰਡੀਅਨ ਮੂਲ ਦੀਆਂ ਜਾਂ ਪੰਜਾਬੀ ਮੂਲ ਦੀਆਂ ਜਿਹੜੀਆਂ ਲੇਡੀਜ਼ ਹੁੰਦੀਆਂ ਆ ਜਦੋਂ ਉਹਨਾਂ ਦੀ ਕੁੱਟਮਾਰ ਹੁੰਦੀ ਆ ਤੇ ਚਾਰਜਸ ਲੱਗ ਜਾਂਦੇ ਆ ਤੇ ਮੁੜ ਕੇ ਉਹ ਫਿਰ ਚਾਰਜ ਲਾਣਾ ਨਹੀਂ ਚਾਹੁੰਦੀਆਂ। ਸੋ ਪ੍ਰੋਸੀਕਿਊਟਰ ਨੂੰ ਕੋਆਪਰੇਟ ਨਹੀਂ ਕਰਦੀਆਂ, ਇਸ ਕਰਕੇ ਡੋਮੈਸਟਿਕ ਵਾਇਲੈਂਸ ਵੱਧਦੀ ਰਹਿੰਦੀ ਆ। ਸੋ ਇਹ ਇਕੱਲਾ ਅਨਐਜੂਕੇਟਡ ਜਾਂ ਘੱਟ ਪੜ੍ਹੇ ਲਿਖੇ ਬੀਬੀਆਂ ਦੇ ਵਿੱਚ ਨਹੀਂ ਹੈਗਾ, ਜਿਹੜੀਆਂ ਪੜ੍ਹੀਆਂ ਲਿਖੀਆਂ ਆ ਉਹਨਾਂ ਦੇ ਵਿੱਚ ਵੀ ਆ ਰਿਹਾ ਆ। ਸਰੋਤਿਆਂ ਨੂੰ ਯਾਦ ਹੋਊਗਾ ਕੁਝ ਹਫ਼ਤੇ ਪਹਿਲਾਂ ਕੈਲੀਫੋਰਨੀਆ ਦਾ ਸਦਰਨ ਕੈਲੀਫੋਰਨੀਆ ਦਾ ਇੱਕ ਡਾਕਟਰ ਰੇਡੀਓਲੋਜਿਸਟ ਜਿਸ ਨੇ ਆਪਣੀ ਟੈਸਲਾ ਕਾਰ ਨੂੰ ਸਣੇ ਆਪਣੇ 2 ਬੱਚੇ ਤੇ ਵਾਈਫ ਇੱਕ ਕਲਿਫ ਤੋਂ ਚੋਟੀ ਤੋਂ ਥੱਲੇ ਸਮੁੰਦਰ ਦੇ ਵਿੱਚ ਸਿੱਟ ਦਿੱਤਾ ਸੀ। ਤੇ ਉਸ ਟਾਈਮ ਦੇ ਉੱਤੇ ਜੋ ਫਸਟ ਰਿਸਪੌਂਡਰ ਸੀਗੇ ਉਹਨਾਂ ਨੇ ਹੈਲੀਕਾਪਟਰ ਦੇ ਰਾਹੀਂ ਫਾਇਰ ਫਾਈਟਰਸ ਨੇ 4 ਜਾਣਿਆਂ ਨੂੰ ਬਚਾ ਲਿਆ ਸੀ ਤੇ ਇਮੀਡੀਏਟਲੀ ਜਿਹੜੀ ਸਟੇਟਮੈਂਟਸ ਬੱਚਿਆਂ ਤੋਂ ਜਾਂ ਉਹਦੀ ਵਾਈਫ ਤੋਂ ਇਹ ਆਈ ਸੀ ਵੀ ਇਸ ਨੇ ਜਾਣਬੁੱਝ ਕੇ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈਗੀ ਆ। ਸੋ ਉਹ ਉਸੇ ਟਾਈਮ ਤੋਂ ਡਾਕਟਰ ਧਰਮੇਸ਼ ਪਟੇਲ 41 ਸਾਲਾਂ ਦਾ ਜੇਲ੍ਹ ਦੇ ਵਿੱਚ ਆ ਤੇ ਅੱਜ ਉਸ ਦੀ ਵਾਈਫ ਨੇ ਇਹ ਕਿਹਾ ਵੀ ਮੈਂ ਨਹੀਂ ਚਾਹੁੰਦੀ ਵੀ ਮੇਰਾ ਹਸਬੈਂਡ ਨੂੰ ਪ੍ਰੋਸੀਕਿਊਟ ਕੀਤਾ ਜਾਵੇ। ਹੁਣ ਤੁਸੀਂ ਦੇਖੋ ਵੀ ਪਹਿਲਾਂ ਸਟੇਟਮੈਂਟ ਵੀ ਦਿੱਤੀ ਆ ਤੇ ਫਿਗਰ ਆਊਟ ਵੀ ਕਰ ਲਿਆ ਉਹਨਾਂ ਨੇ ਜੋ ਉੱਥੇ ਕੈਮਰੇ ਲੱਗੇ ਹੋਏ ਸੀ ਵੀ ਕਿੰਨੀ ਸਪੀਡ ਦੇ ਨਾਲ ਉਹ ਆਪਣੀ ਕਾਰ ਸਿੱਟਣ ਗਿਆ ਹੈਗਾ ਕਿਉਂਕਿ ਲਾਗੇ ਟਨਲ ਸੀ, ਟਨਲ ਦੇ ਉੱਤੇ ਕੈਮਰੇ ਵੀ ਲੱਗੇ ਹੋਏ ਸੀ। ਸੈਨ ਮਟੇਓ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਸਟੀਵ ਵੈਕਸਟੈਫੀ ਉਹਨਾਂ ਨੇ ਇਹ ਦੱਸਿਆ ਆ ਵੀ ਈਵਨ ਦੋ ਪਟੇਲ ਦੀ ਜੋ ਵਾਈਫ ਆ ਨੇਹਾ ਪਟੇਲ 41 ਸਾਲਾਂ ਦੀ ਆ ਨਾ ਵੀ ਕੋਆਪਰੇਟ ਕਰੂਗੀ, ਸਾਡੇ ਕੋਲ ਇਨਫ ਐਵੀਡੈਂਸ ਹੈਗਾ ਡਾਕਟਰ ਪਟੇਲ ਨੂੰ ਪ੍ਰੋਸੀਕਿਊਟ ਕਰਨ ਦੇ ਲਈ। ਤੇ ਜੋ ਡਾਕਟਰ ਪਟੇਲ ਆ ਉਹਨੂੰ ਆਰਡਰ ਕੀਤਾ ਗਿਆ ਵੀ ਨਾ ਤਾਂ ਉਹ ਆਪਣੀ ਵਾਈਫ ਦੇ ਨਾਲ ਤੇ ਨਾ ਹੀ ਬੱਚਿਆਂ ਦੇ ਨਾਲ ਕੰਟੈਕਟ ਕਰ ਸਕਦਾ ਹੈ। ਜੀ $2 ਬਿਲੀਅਨ ਦੀ ਪਾਵਰਬਾਲ ਜੈਕਪਾਟ ਪਿਛਲੇ ਕੁਝ ਮਹੀਨੇ ਪਹਿਲਾਂ ਕੈਲੀਫੋਰਨੀਆ ਦੇ ਵਿੱਚ ਨਿਕਲੀ ਸੀਗੀ। ਅਲਟਾਡੀਨਾ ਜਿਹੜਾ ਇਲਾਕਾ ਆ ਉੱਤਰੀ ਜਿਹੜਾ ਆ ਉਹ ਪੂਰਬੀ ਇਲਾਕਾ ਸੀਗਾ ਲਾਸ ਐਂਜਲਸ ਦਾ, ਉੱਥੇ ਨਿਕਲੀ ਸੀ ਜਿੱਥੇ ਟਿਕਟ ਵਿਕੀ ਆ ਉੱਥੇ ਉਸ ਬੰਦੇ ਨੂੰ $1 ਮਿਲੀਅਨ ਦਾ ਇਨਾਮ ਤਾਂ ਜਿਹੜਾ ਮਿਲ ਚੁੱਕਾ ਆ। ਕੱਲ ਨੂੰ ਕਹਿੰਦੇ ਵੀ ਬੰਦਾ ਜਿਹੜਾ ਉਹ ਮੋਹਰੇ ਆ ਗਿਆ 3 ਮਹੀਨਿਆਂ ਬਾਅਦ $2.04 ਬਿਲੀਅਨ ਦੇ ਜਿਹੜਾ ਪਾਵਰਬਾਲ ਦਾ ਜੈਕਪਾਟ ਜੇਤੂ ਆ ਉਹ ਸਾਹਮਣੇ ਆਇਆ ਤੇ ਜਿਹੜੀ ਲੋਟਰੀ ਵਾਲੇ ਆ ਉਹਨਾਂ ਨੇ ਦੱਸਿਆ ਆ ਵੀ ਇੱਕ ਇੰਡੀਵਿਜੂਅਲ ਹੀ ਆ, ਕੱਲਾ ਹੀ ਬੰਦਾ ਆ, ਕੋਈ ਇਹ ਅਜਿਹੇ ਗਰੁੱਪ ਆਫ ਇੰਡੀਵਿਜੂਅਲ ਨਹੀਂ ਜਿਨ੍ਹਾਂ ਨੇ ਮਨੀ ਜਿਹੜੀ ਆ ਉਹ ਪੂਲ ਕੀਤੀ ਹੋਵੇ ਇਹਨਾਂ ਫੰਡਸ ਨੂੰ ਇਹਨਾਂ ਲੋਟਰੀਜ਼ ਨੂੰ ਜਿਹੜਾ ਉਹ ਖਰੀਦਣ ਦੇ ਲਈ। ਸੋ ਕੱਲ ਨੂੰ ਕਹਿੰਦੇ ਵੀ ਉਹ ਪਤਾ ਲੱਗੂਗਾ। $2 ਬਿਲੀਅਨ ਦੇ ਪਾਵਰਬਾਲ ਜੈਕਪਾਟ ਦੀ ਕੈਸ਼ ਵੈਲਿਊ 997 ਮਿਲੀਅਨ ਤਕਰੀਬਨ $1 ਬਿਲੀਅਨ ਜਿਹੜੀ ਉਹ ਹੋਊਗੀ। ਇਹ ਵਰਲਡ ਰੈਕਰਡ ਕਹਿੰਦੇ ਵੀ ਪਾਵਰਬਾਲ ਜੈਕਪਾਟ ਜਿਹੜਾ ਉਹ ਨਿਕਲਿਆ ਆ। 41 ਵਾਰੀ ਡਰਾਇੰਗਸ ਦੇ ਵਿੱਚ ਕਿਸੇ ਦਾ ਵੀ ਕੋਈ ਨਹੀਂ ਜਿਹੜਾ ਇਨਾਮ ਬਣਿਆ ਸੀਗਾ ਪਰ ਇਵੈਂਚੁਅਲੀ ਇਹ ਬੰਦਾ ਕਹਿੰਦੇ ਵੀ ਹੁਣ ਕੱਲ ਨੂੰ ਜਿਹੜਾ ਉਹ ਸਾਹਮਣੇ ਆਊਗਾ। ਤੇ ਇਹ ਵੀ ਦੱਸਦੇ ਜਾਈਏ ਵੀ ਜਿਹੜੀ ਇਸ ਦੇ ਵਿੱਚੋਂ ਮਨੀ ਮਿਲਦੀ ਆ ਜਿਹੜੀ ਬਣਦੀ ਆ ਲੋਟਰੀ ਦੇ ਵਿੱਚ ਕੈਲੀਫੋਰਨੀਆ ਦੇ ਐਜੂਕੇਸ਼ਨ ਸਿਸਟਮ 'ਚ ਵੀ ਬਹੁਤ ਜਿਹੜੀ ਇੰਜੈਕਟ ਕੀਤੀ ਜਾਂਦੀ ਆ। ਸੋ
ਉਹਨਾਂ ਨੇ ਅੱਜ ਟਵੀਟ ਕਰਕੇ ਦੱਸਿਆ ਵੀ ਕੱਲ੍ਹ ਨੂੰ ਵੈਲੈਂਟਾਈਨਸ ਡੇ ਵਾਲੇ ਦਿਨ, ਪਿਆਰ ਵਾਲੇ ਦਿਨ, ਕੈਲੀਫੋਰਨੀਆ ਐਜੂਕੇਸ਼ਨ ਦੇ ਨਾਲ ਹੋਰ ਵੀ ਕਈਆਂ ਨੂੰ ਜਿਹੜਾ ਉਹ ਫਾਇਦਾ ਹੋਊਗਾ ਤੇ ਕੱਲ੍ਹ ਐਲਾਨਿਆ ਜਾਵੇਗਾ। ਜੀ। ਅਗਲੀ ਖਬਰ ਵੱਲ ਚਲੀਏ। ਐਮਾਜ਼ੋਨ ਨੇ ਪਿਛਲੇ ਦਿਨਾਂ ਦੇ ਵਿੱਚ ਜ਼ੂਕਸ ਰੋਬੋਟੈਕਸੀ ਨਾਮ ਦੀ ਕੰਪਨੀ ਨੂੰ ਆਪਣੇ ਵਿੱਚ ਮਰਜ ਕਰ ਲਿਆ ਸੀ, ਤੇ ਅੱਜ ਇਹ ਖਬਰ ਆ ਰਹੀ ਹੈ ਵੀ ਜ਼ੂਕਸ ਰੋਬੋਟੈਕਸੀ ਪਬਲਿਕ ਰੋਡਸ ਦੇ ਉੱਤੇ ਕੈਲੀਫੋਰਨੀਆ ਦੇ ਵਿੱਚ ਇਸ ਟਾਈਮ ਚੱਲ ਰਹੀ ਹੈਗੀ ਆ। ਜ਼ੂਕਸ ਫੋਸਟਰ ਸਿਟੀ ਦੇ ਵਿੱਚ ਹੈਗੀ ਆ ਕੈਲੀਫੋਰਨੀਆ, ਜਿੱਥੇ ਇਹਦਾ ਹੈੱਡਕੁਆਟਰ ਆ। ਇਹ ਐਮਾਜ਼ੋਨ ਨੇ ਐਕਵਾਇਰ ਕੀਤੀ ਸੀ 2020 ਦੇ ਵਿੱਚ। ਤੇ ਇਹ ਟੈਕਸੀ ਇਦਾਂ ਦੀ ਬਣਾਈ ਗਈ ਆ, ਕਾਰਾਂ ਵੀ ਦੋਨੋਂ ਡਾਇਰੈਕਸ਼ਨ ਦੇ ਵਿੱਚ ਚੱਲ ਸਕਦੀਆਂ ਹੈਗੀਆਂ ਤਾਂ ਕਿ ਮੋੜਨਾ ਨਾ ਪਵੇ। ਸੋ ਬਿਨਾਂ ਕਿਸੇ ਡਰਾਈਵਰ ਦੇ ਇਹ ਜੋ ਟੈਕਸੀਆਂ ਚੱਲਦੀਆਂ ਰਾਈਟ ਨਾਓ, ਇਸ ਨੂੰ 1 ਮੀਲ ਦੇ ਏਰੀਏ ਦੇ ਵਿੱਚ ਚਲਾਇਆ ਜਾ ਰਿਹਾ ਹੈ, EMPLOYEES ਨੂੰ ਇੱਕ ਬਿਲਡਿੰਗ ਤੋਂ ਲੈ ਕੇ ਦੂਜੀ ਬਿਲਡਿੰਗ ਤੱਕ ਮੂਵ ਕਰਨ ਦੇ ਲਈ। ਇਸ ਦੀ ਸਪੀਡ 35 ਮੀਲ ਪਰ ਆਵਰ ਦੇ ਹਿਸਾਬ ਨਾਲ ਰਾਈਟ ਨਾਓ ਹੈਗੀ ਆ। ਈਵਨ ਦੋ ਸਟੇਟ ਆਫ ਕੈਲੀਫੋਰਨੀਆ ਨੇ ਕਾਫੀ ਜਿਹੜਾ ਲਿਮਿਟ ਕੀਤਾ ਹੋਇਆ ਵੀ ਤੁਸੀਂ ਇਹਨਾਂ ਸਟੇਟਸ ਦੇ ਉੱਤੇ ਹੀ ਜੋ ਟੈਸਟ ਡਰਾਈਵ ਕਰ ਸਕਦੇ ਹੈਗੇ ਆ। ਪਰ ਫਿਊਚਰ ਦੇ ਵਿੱਚ ਜ਼ੂਕਸ ਐਗਜ਼ੀਕਿਊਟਿਵਸ ਨੇ ਇਹ ਦੱਸਿਆ ਵੀ ਸਾਡਾ ਮੇਨ ਪਰਪਸ ਇਹੀ ਆ ਵੀ ਇਹਨੂੰ ਐਜ਼ ਏ ਰੋਬੋ ਟੈਕਸੀ ਕਿਸ ਤਰ੍ਹਾਂ ਯੂਜ਼ ਕਰਾਂਗੇ ਆਲ ਓਵਰ ਕੈਲੀਫੋਰਨੀਆ ਦੇ ਵਿੱਚ ਬਿਨਾਂ ਕਿਸੇ ਡਰਾਈਵਰ ਤੋਂ। ਹਜੇ ਤੱਕ ਜ਼ੂਕਸ ਨੇ ਇਹ ਕਿਹਾ ਵੀ ਸਾਡੇ ਕੋਈ ਇਨਸੀਡੈਂਟ ਨਹੀਂ ਹੋਈ ਜਿਹਦੇ ਵਿੱਚ ਕਿਸੇ ਤਰ੍ਹਾਂ ਦਾ ਐਕਸੀਡੈਂਟ ਜਾਂ ਹੋਰ ਹੋਇਆ ਹੋਵੇ। ਜੀ। ਅਗਲੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੀ ਇੱਕ ਗੈਸ ਪਾਈਪਲਾਈਨ ਕਿੰਡਰ ਮਾਰਗਨ ਗੈਸ ਪਾਈਪਲਾਈਨ ਜਿਸ ਦੇ ਵਿੱਚ ਲੀਕ ਹੋਇਆ ਸੀਗਾ, ਉਹਦੇ ਕਰਕੇ ਕਾਫੀ ਡਿਸਟਰਪਸ਼ਨ ਹੋਈ ਸੀ, ਕੰਮਕਾਜ ਜਿਹੜਾ ਉਹ ਠੱਪ ਹੋਇਆ ਸੀ। ਕਹਿੰਦੇ ਵੀ ਉਸ ਨੇ ਆਉਂਦੇ ਜਿਹੜੇ ਸ਼ਨੀਚਰਵਾਰ ਤੋਂ ਉਹ ਪਾਈਪਲਾਈਨ ਮੁੜ ਦੁਬਾਰਾ ਚਾਲੂ ਹੋਣ ਜਾ ਰਹੀ ਆ। 90% ਜਿਹੜੀ ਗੈਸ, ਡੀਜ਼ਲ, ਜੈਟ ਫਿਊਲ ਤੇ ਰਿਫਾਈਨਡ ਪੈਟਰੋਲੀਅਮ ਪ੍ਰੋਡਕਟ ਜਿਹੜੀ ਲਾਸ ਵੇਗਸ ਵੈਲੀ ਦੇ ਵਿੱਚ ਜਾਂਦਾ ਆ, ਉਹ ਇਸ ਕਿੰਡਰ ਮਾਰਗਨ ਗੈਸ ਪਾਈਪਲਾਈਨ ਰਾਹੀਂ ਜਾਂਦਾ ਆ। ਸੋ ਕਹਿੰਦੇ ਵੀ ਸ਼ਨੀਚਰਵਾਰ ਨੂੰ ਮੁੜ ਦੁਪਹਿਰ ਇਹ ਚਾਲੂ ਹੋਣ ਜਾ ਰਹੀ ਹੈਗੀ ਆ। ਕਹਿੰਦੇ ਵੀ ਇਹ ਲੀਕ ਨੂੰ ਉੱਥੇ ਇੱਕ ਕੰਮ ਕਰਨ ਵਾਲੇ ਆਪਰੇਟਰ ਨੇ ਲੱਭਿਆ ਸੀਗਾ ਬੀਤੇ ਵੀਰਵਾਰ, ਤੇ ਉਦੋਂ ਤੋਂ ਇਸ ਨੂੰ ਮੇਨਟੇਨੈਂਸ ਦੇ ਲਈ ਹੁਣ ਬੰਦ ਕੀਤਾ ਗਿਆ ਸੀਗਾ। ਨਵਾਡਾ ਦੇ ਗਵਰਨਰ ਜਿਹੜੇ ਜੋ ਲੰਬਾਰਡੋ ਆ, ਉਹਨਾਂ ਨੇ ਸਟੇਟ ਆਫ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਸੀਗੀ ਬੀਤੇ ਜਿਹੜੇ ਉਹ ਸ਼ੁੱਕਰਵਾਰ ਇਸ ਡਿਸਰਪਸ਼ਨ ਦੇ ਕਰਦਿਆਂ, ਕਿਉਂਕਿ 90% ਜਿਹੜੀ ਲਾਸ ਵੇਗਸ ਵੈਲੀ ਦੇ ਵਿੱਚ ਗੈਸ, ਡੀਜ਼ਲ, ਜੈਟ ਫਿਊਲ ਸਾਰਾ ਜਿਹੜਾ ਆ ਇਸੇ ਪਾਈਪਲਾਈਨ ਥਾਣੀ ਆਉਂਦਾ ਸੀਗਾ। ਸੋ ਉੱਥੇ ਲੋਕਾਂ ਨੂੰ ਥੋੜੀ ਰਾਹਤ ਇਹ ਜਿਹੜੇ ਦੁਬਾਰਾ ਪਾਈਪਲਾਈਨ ਚੱਲਣ ਤੋਂ ਮਿਲੂਗੀ। 566 ਮੀਲ ਲੰਬੀ ਇਹ ਕੈਲੀਫੋਰਨੀਆ ਤੇ ਨਵਾਡਾ ਦੇ ਦਰਮਿਆਨ ਇਹ ਪਾਈਪਲਾਈਨ ਹੈਗੀ ਆ, ਜਿਸ 'ਚ ਗੈਸੋਲੀਨ, ਡੀਜ਼ਲ, ਜੈਟ ਫਿਊਲ LA ਦੇ ਜਿਹੜਾ LA ਦੇ ਟਰਮੀਨਲ ਤੋਂ ਬਾਰਸਟੋ ਜਿਹੜੇ ਕੈਲੀਫੋਰਨੀਆ ਤੋਂ ਤੇ ਵੇਗਸ ਦੇ ਦਰਮਿਆਨ ਹੈ। ਅਗਲੀ ਖਬਰ ਵੱਲ ਚਲੀਏ। ਸੈਕਰਾਮੈਂਟੋ ਤੋਂ ਆ ਰਹੀ ਹੈ, ਜਿੱਥੇ ਕਿ ਇੱਕ 3 ਸਾਲਾਂ ਦੇ ਬੱਚੇ ਦਾ ਜਿਹੜਾ ਆ ਡੈਥ ਹੋ ਗਈ ਸੀ ਪਿਛਲੇ ਹਫ਼ਤੇ। ਉਹਦੇ ਸੰਬੰਧ ਦੇ ਵਿੱਚ ਉਸ ਦੇ ਸਟੈਪ ਫਾਦਰ ਲਸ਼ਾਨ ਸਪਾਰਕਸ ਜੋ 30 ਸਾਲਾਂ ਦਾ ਹੈ, ਉਸ ਨੂੰ ਸੈਕਰਾਮੈਂਟੋ ਦੀ ਪੁਲਿਸ ਡਿਪਾਰਟਮੈਂਟ ਵੱਲੋਂ ਅਰੈਸਟ ਕੀਤਾ ਗਿਆ ਸਸਪੀਸ਼ੀਅਸ ਡੈਥ ਇਨਵੈਸਟੀਗੇਸ਼ਨ ਦੇ ਅੰਡਰ। ਤੇ ਸੈਕਰਾਮੈਂਟੋ ਪੁਲਿਸ ਨੇ ਦੱਸਿਆ ਵੀ ਮੋਟਲ 6 ਦੇ ਵਿੱਚ ਜੋ ਕਿ 30th ਸਟਰੀਟ ਦੇ ਉੱਤੇ ਆ, ਟਿਊਜ਼ਡੇ ਨੂੰ ਉਹਨਾਂ ਨੂੰ ਮੈਡੀਕਲ ਕਾਲ ਗਈ ਸੀ। ਜਿਸ ਟਾਈਮ ਤੇ ਉਹ ਪਹੁੰਚੇ ਤਾਂ ਬੱਚੇ ਦੀ ਜਿਹੜੀ ਆਲਰੇਡੀ ਮੌਤ ਹੋ ਚੁੱਕੀ ਸੀਗੀ। ਸੋ ਚਾਈਲਡ ਐਂਡੇਂਜਰਮੈਂਟ ਚਾਰਜਸ ਦੇ ਅਧੀਨ ਉਸ ਦੇ ਸਟੈਪ ਫਾਦਰ ਨੂੰ ਅਰੈਸਟ ਕਰ ਲਿਆ ਗਿਆ ਹੈਗਾ ਆ। ਇਸੇ ਤਰ੍ਹਾਂ ਜੋ 160 ਦੇ ਉੱਤੇ ਕ੍ਰੈਸ਼ ਹੋਇਆ ਸੀ ਪਿਛਲੇ ਕੁਝ ਦਿਨਾਂ ਦੇ ਵਿੱਚ, ਉੱਥੇ 5 ਜਣਿਆਂ ਦੀ ਮੌਤ ਹੋ ਗਈ ਸੀ। ਉੱਥੇ ਕੈਂਡਲਲਾਈਟ ਵਿਜ਼ੂਅਲ ਕੀਤਾ ਗਿਆ ਲੋਕਾਂ ਵੱਲੋਂ, ਕਿਉਂਕਿ ਇਹ ਹਿੱਟ ਐਂਡ ਰਨ ਐਕਸੀਡੈਂਟ ਸੀਗਾ ਜਿਹਦੇ ਵਿੱਚ 5 ਜਣਿਆਂ ਦੀ ਮੌਤ ਹੋ ਗਈ ਸੀ। ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਇੱਕ ਐਗਜ਼ੀਕਿਊਟਿਵ ਆਰਡਰ ਅੱਜ ਸਾਈਨ ਕੀਤਾ ਆ, ਜਿਸ ਦੇ ਨਾਲ ਉਹ ਇਹ ਚਾਹੁੰਦੇ ਨੇ ਵੀ ਜਿਹੜੇ ਸੂਬੇ ਦੀ ਜਿਹੜੀ ਵਾਟਰ ਸਪਲਾਈ ਆ ਐਕਸਟ੍ਰੀਮ ਵੈਦਰਸ ਤੋਂ ਜਿਹੜੀ ਉਹ ਬਚੀ ਰਵੇ। ਇਸ ਆਰਡਰ ਦੇ ਨਾਲ ਕੈਲੀਫੋਰਨੀਆ ਦੀ ਜਿਹੜੇ ਸਟਾਰਮ ਰਨ ਆਫ ਵਾਟਰ ਆ ਉਸ ਨੂੰ ਜਿਹੜਾ ਇਕੱਠੇ ਕਰਨ ਦੀ ਉਸ ਕਪੈਸਿਟੀ ਨੂੰ ਵਧਾਉਣ ਦੇ ਵਿੱਚ ਮਦਦ ਜਿਹੜੀ ਉਹ ਮਿਲੇਗੀ। ਇਹ ਚਿਰੋਖੀ ਮੰਗ ਸੀ ਬਹੁਤ ਚਿਰ ਤੋਂ ਵੀ ਜਦੋਂ ਮੀਂਹ ਆਉਂਦੇ ਆ ਤੇ ਪਾਣੀ ਜਿਹੜਾ ਉਹ ਸਾਰਾ ਦਰਿਆ ਨੂੰ ਵਗ ਜਾਂਦਾ ਆ, ਵੀ ਪਾਣੀ ਕਿਉਂ ਨਾ ਇਸ ਨੂੰ ਬਚਾ ਲਿਆ ਜਾਵੇ। ਅਜੇ ਜਿਹੜੇ ਸਨੋ ਪੈਕ ਆ ਉਹ ਫਿਰ ਵੀ 205% ਦੇ ਉੱਤੇ ਜਿਹੜੇ ਉਹ ਚੱਲ ਰਹੇ ਨੇ। ਫਰਵਰੀ ਦੇ ਮਹੀਨੇ ਦੇ
ਮੁਤਾਬਕ, ਐਵਰੇजेस ਦੇ ਮੁਤਾਬਕ, ਤੇ 3 ਹਫ਼ਤੇ ਰਿਕਾਰਡ ਤੋੜ ਕੈਲੀਫੋਰਨੀਆ ਦੇ ਵਿੱਚ ਮੀਂਹ ਪਿਆ, ਜਿਹਦੇ ਕਰਕੇ ਕਈ ਥਾਵਾਂ ਦੇ ਉੱਤੇ ਹੜ੍ਹ ਵੀ ਆਏ, ਲੋਕਾਂ ਦੀਆਂ ਮੌਤਾਂ ਵੀ ਜਿਹੜੀਆਂ ਉਹ ਹੋਈਆਂ। ਸੋ ਇਸ ਐਗਜ਼ੀਕਿਊਟਿਵ ਆਰਡਰ ਦੇ ਨਾਲ ਹੋਰ ਪਾਣੀ ਇਕੱਠਾ ਕਰਨ ਦੀ ਜਿਹੜੀ ਆ ਉਹ ਰਾਹ ਆ ਉਹ ਪੱਧਰਾ ਹੋਵੇਗਾ। ਸੋ ਐਕਸਟ੍ਰੀਮ ਵੈਦਰ ਤੋਂ ਬਚਣ ਦੇ ਲਈ ਕੈਲੀਫੋਰਨੀਆ ਦੇ ਵਾਟਰ ਸਪਲਾਈ ਆ ਉਸ ਦੇ ਵਿੱਚ ਹੋਰ ਪਾਣੀ ਇਕੱਠਾ ਹੋ ਸਕੇ, ਅੱਜ ਨਵਾਂ ਐਗਜ਼ੈਕਟਿਵ ਆਰਡਰ ਸਾਈਨ ਕੀਤਾ ਗਿਆ ਹੈ। ਜੀ, ਆਪਾਂ ਸਵੇਰੇ ਖਬਰ ਸਾਂਝੀ ਕੀਤੀ ਸੀ ਭਈ ਸ਼ਿਕਾਗੋ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਸਟਾਕਟਨ 'ਚ ਹੁੰਦਾ ਸੀ, ਸ਼ਿਕਾਗੋ ਦੇ ਵਿੱਚ ਵੀ ਗਰੰਟਿਡ ਇਨਕਮ $500 ਪਰ ਪਰਸਨ ਦੇ ਹਿਸਾਬ ਨਾਲ, ਪਰ ਫੈਮਿਲੀ ਦੇ ਹਿਸਾਬ ਨਾਲ ਸ਼ਿਕਾਗੋ 'ਚ 3000 ਫੈਮਲੀਆਂ ਨੂੰ ਦੇਣੀ ਸ਼ੁਰੂ ਕੀਤੀ ਆ ਉੱਥੇ ਦੀ ਮੇਅਰ ਲੋਰੀ ਲਾਈਟਫੁੱਟ ਵੱਲੋਂ। ਅੱਜ ਸੈਨ ਫਰਾਂਸਿਸਕੋ ਤੋਂ ਖਬਰ ਆ ਰਹੀ ਆ, ਸੈਨ ਫਰਾਂਸਿਸਕੋ ਦੇ ਵਿੱਚ ਸਟੇਟ ਸੈਨੇਟਰ ਡੇਵਿਡ ਕੋਰਟੋਜ਼ੀ ਜੋ ਰਿਪਰੈਜ਼ੈਂਟ ਕਰਦੇ ਆ ਸਿਲੀਕਨ ਵੈਲੀ ਨੂੰ, ਪਹਿਲਾਂ ਉਹ ਇੱਥੇ ਦੇ ਸੁਪਰਵਾਈਜ਼ਰ ਵੀ ਰਹਿ ਚੁੱਕੇ ਆ, ਉਹ ਇੱਕ ਇੱਦਾਂ ਦਾ ਬਿੱਲ ਲੈ ਕੇ ਆ ਰਹੇ ਆ ਜਿਹਦੇ ਮੁਤਾਬਕ ਅਨਹਾਊਸਡ ਯੂਥ, ਜਿਹੜੇ ਮਤਲਬ ਜਿਹੜੇ ਯੂਥ ਲੋਕ ਆ, ਯੰਗ ਲੋਕ ਆ, ਜਿਨ੍ਹਾਂ ਦੇ ਕੋਲ ਘਰ ਨਹੀਂ ਹੈਗਾ, ਬਾਹਰ ਰਹਿੰਦੇ ਹੈਗੇ ਆ, ਉਹਨਾਂ ਨੂੰ ਵੀ ਗਰੰਟਿਡ ਇਨਕਮ ਦਿੱਤੀ ਜਾਵੇ। ਸੋ ਹੋਮਲੈਸ ਹਾਈ ਸਕੂਲ ਸੀਨੀਅਰਸ ਨੂੰ ਗਰੰਟਿਡ ਇਨਕਮ ਦੇਣ ਦੇ ਲਈ ਪ੍ਰਪੋਜ਼ਲ ਲੈ ਕੇ ਡੇਵਿਡ ਕੋਰਟੋਜ਼ੀ ਆ ਰਹੇ ਹੈਗੇ। ਜੀ, ਫੋਰਡ ਵਾਲੇ $3.5 ਬਿਲੀਅਨ ਇੱਕ ਜਿਹੜੀ ਇਲੈਕਟ੍ਰਿਕ ਵਹੀਕਲ ਬੈਟਰੀ ਪਲਾਂਟ ਦੇ ਵਿੱਚ ਇਨਵੈਸਟ ਕਰਨ ਜਾ ਰਹੇ ਆ, ਤੇ ਇਹ ਜਿਹੜਾ ਪਲਾਂਟ ਆ ਉਹ ਇੱਕ ਚਾਈਨੀਜ਼ ਫਰਮ ਦੇ ਨਾਲ ਮਿਲ ਕੇ ਬਣਾਉਣਗੇ। ਇਹ ਮਿਸ਼ੀਗਨ ਦੇ ਸਾਊਥ ਵੈਸਟ ਇਲਾਕੇ ਦੇ ਵਿੱਚ ਕਹਿੰਦੇ ਵੀ ਪਲਾਂਟ ਆ ਉਹ ਬਣਾਇਆ ਜਾ ਸਕਦਾ ਹੈ। ਕਹਿੰਦੇ ਵੀ ਕਿਉਂਕਿ ਇਹ ਚਾਈਨੀਜ਼ ਬੈਟਰੀ ਮੇਕਰ ਆ, ਇਸ ਦੇ ਨਾਲ ਕਹਿੰਦੇ ਪੋਲੀਟੀਕਲ ਕੰਟਰੋਵਰਸੀ ਵੀ ਹੋ ਸਕਦੀ ਆ। ਮਾਰਸ਼ਲ ਮਿਸ਼ੀਗਨ ਦੇ ਲਾਗੇ ਜਿਹੜੀ ਫੈਕਟਰੀ ਬਣਾਉਣ ਦੀ ਕਵਾਇਦ ਰੱਖੀ ਗਈ ਹੈ, ਇਹਦੇ ਕਰਕੇ 2,500 ਲੋਕਾਂ ਨੂੰ ਇੰਪਲੋਇਮੈਂਟ ਜਿਹੜੀ ਉਹ ਮਿਲੇਗੀ। 2026 ਦੇ ਵਿੱਚ ਇਹ ਫੈਸਿਲਿਟੀ ਚਾਲੂ ਹੋਣ ਦੀਆਂ ਕਿਆਸ ਰਹੀਆਂ ਨੇ, ਤੇ 4 ਲੱਖ ਬੈਟਰੀਜ਼ 4 ਲੱਖ ਗੱਡੀਆਂ ਦੇ ਲਈ ਕਹਿੰਦੇ ਬੈਟਰੀਜ਼ ਆ ਉੱਥੇ 1 ਸਾਲ ਦੇ ਵਿੱਚ ਬਣ ਸਕਣਗੀਆਂ। ਚਾਈਨਾ ਦੀ ਕੰਟੈਂਪਰਰੀ ਐਂਪਰੈਕਸ ਟੈਕਨੋਲੋਜੀ ਤੇ ਇਧਰੋਂ ਫੋਰਡ ਸਾਂਝੇ ਤੌਰ ਤੇ ਮਿਲ ਕੇ ਇਹ ਫੈਕਟਰੀ ਬਣਾਉਣਗੇ। ਫੋਰਡ ਵਾਲੇ ਕਹਿੰਦੇ ਨੇ ਵੀ ਫੋਰਡ ਹੀ ਇਸ ਮੈਨੂਫੈਕਚਰਿੰਗ ਤੇ ਪ੍ਰੋਡਕਸ਼ਨ ਦੇ ਕੰਟਰੋਲ ਦੇ ਵਿੱਚ ਹੋਊਗੀ, ਵਰਕਫੋਰਸ ਦੇ ਕੰਟਰੋਲ ਦੇ ਵਿੱਚ ਹੋਊਗੀ, ਪਰ ਕਿਉਂਕਿ ਜਿੱਦਾਂ ਆਪਾਂ ਕਿਹਾ ਵੀ ਚਾਈਨਾ ਦੇ ਨਾਲ ਜੁੜੀ ਹੋਈ ਦੂਜੀ ਕੰਪਨੀ ਆ, ਸੋ ਇਹ ਇੱਕ ਜ਼ਰੂਰ ਮੁੱਦਾ ਜਿਹੜਾ ਉਹ ਬਣਨ ਜਾ ਰਿਹਾ ਆ। ਰੀਸੈਂਟਲੀ ਆਪਾਂ ਚਾਈਨਾ ਦੇ ਸਪਾਈ ਬਲੂਨਸ ਨੂੰ ਲੈ ਕੇ ਪੋਲਿਟਿਕਸ ਤੇ ਇਹ ਸਾਰੀਆਂ ਚੀਜ਼ਾਂ ਦੋਨਾਂ ਮੁਲਕਾਂ 'ਚ ਤਣਾਅ ਵੱਧਦਾ ਜਿਹੜਾ ਉਹ ਦੇਖ ਰਹੇ ਆ। ਸੋ ਇੱਥੋਂ ਤੱਕ ਕਿ ਹੁਣ ਅਮਰੀਕਾ ਨੇ ਚਾਰ ਹੋਰ ਉੱਡਣ ਵਾਲੀਆਂ ਚੀਜ਼ਾਂ ਨੂੰ ਭੇਦ ਕੇ ਸਿੱਟਿਆ ਆ। ਅੱਜ ਉਸੇ ਦੇ ਬਾਬਤ ਡਿਫੈਂਸ ਸਕੱਤਰ ਲੋਇਡ ਆਸਟਿਨ ਬੋਲ ਰਹੇ ਸੀਗੇ ਵੀ ਉਹਨਾਂ ਫਲਾਈਟ ਪੈਟਰਨਸ ਜਿਹੜੀਆਂ 3 ਸਬਜੈਕਟ ਜਿਨ੍ਹਾਂ ਨੂੰ ਸ਼ਾਟ ਡਾਊਨ ਕੀਤਾ ਗਿਆ, ਅਮਰੀਕਾ ਤੇ ਕੈਨੇਡਾ ਨੇ ਪਿਛਲੇ ਕੁਝ ਦਿਨਾਂ ਦੇ ਵਿੱਚ ਕਹਿੰਦੇ ਵੀ ਉਹ ਇੱਕ ਸਪੈਸ਼ਲ ਫਲਾਈਟ ਪੈਟਰਨ ਕਰ ਰਹੇ ਸੀਗੇ, ਤੇ ਇਹ ਨਹੀਂ ਅਜੇ ਆਪਾਂ ਨੂੰ ਪਤਾ ਵੀ ਉਹ ਇੰਟੈਲੀਜੈਂਸ ਇਕੱਠੀ ਕਰ ਰਹੇ ਸੀ ਜਾਂ ਨਹੀਂ, ਪਰ ਅਸੀਂ ਜਿਹੜਾ ਕਿਸੇ ਵੀ ਤਰੀਕੇ ਦਾ ਕੋਈ ਖਤਰਾ ਜਿਹੜਾ ਉਹ ਮੁੱਲ ਨਹੀਂ ਸੀ ਜਿਹੜਾ ਉਹ ਲੈਣਾ ਚਾਹੁੰਦੇ। ਸੋ ਇਹ ਹੁਣ ਨਵੀਂ ਚੀਜ਼ ਆਈ ਆ, ਹੁਣ ਨਵਾਂ ਵਿਵਾਦ ਜਿਹੜਾ ਉਸ ਦੇ ਵਿੱਚ ਇਹ ਭਖ ਗਿਆ। ਪਹਿਲੋਂ ਖਬਰਾਂ ਆ ਗਈਆਂ ਵੀ ਸ਼ਾਇਦ ਏਲੀਅਨ ਐਕਟੀਵਿਟੀ ਹੋ ਸਕਦੀ ਆ, ਫਿਰ ਬਾਅਦ ਦੇ ਵਿੱਚ ਝੱਟ ਦੇਣੀ ਇਹ ਕਹਿ ਦਿੱਤਾ ਗਿਆ ਵੀ ਨਹੀਂ, ਉਹਦੇ ਨਾਲ ਕਿਸੇ ਚੀਜ਼ ਦਾ ਸੰਬੰਧ ਨਹੀਂ ਹੈਗਾ। ਸੋ ਦੇਖੋ ਅੱਗੇ ਹਰਜੋਤ ਸਿੰਘ ਜੀ ਉਸ ਪੂਰੇ ਮਾਮਲੇ 'ਚ ਕੀ ਨਿਕਲਦਾ ਹੈ। ਚਾਈਨਾ ਦੀ ਗੱਲ ਕਰਦੇ ਜਾਈਏ, ਕਹਿੰਦੇ ਵੀ ਦੁਨੀਆ ਨੂੰ, ਵਰਲਡ ਨੂੰ ਕਾਊਂਟ ਨਹੀਂ ਕਰਨਾ ਚਾਹੀਦਾ ਵੀ ਚਾਈਨਾ ਦੀ ਇਕਨੋਮੀ ਬਾਉਂਸ ਬੈਕ ਹੋ ਗਈ, ਜਿਹਦੇ ਕਰਕੇ ਜੋ ਗਲੋਬਲ ਗਰੋਥ ਸਾਰੇ ਮੁਲਕਾਂ ਦੀ ਹੋ ਜਾਊਗੀ। ਚਾਈਨਾ ਦੀ ਰਿਕਵਰੀ ਕੋਵਿਡ-19 ਲਾਕਡਾਊਨ ਤੋਂ ਬਾਅਦ ਟੋਟਲੀ ਡਿਫਰੈਂਟ ਹੋਊਗੀ ਉਸ ਟਾਈਮ ਨਾਲੋਂ ਜਿਸ ਟਾਈਮ 2008 ਦੇ ਵਿੱਚ ਫਾਈਨੈਂਸ਼ੀਅਲ ਕ੍ਰਾਈਸਿਸ ਆਇਆ ਸੀ। ਅੱਜ ਦੀ ਡੇਟ ਦੇ ਵਿੱਚ ਚਾਈਨਾ ਦੇ ਪੱਤੇ ਵਿਕੇ ਹੋਏ ਆ। ਇਹ ਵਾਲ ਸਟਰੀਟ ਜਰਨਲ ਨੇ ਅੱਜ ਆਰਟੀਕਲ ਛਾਪਿਆ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਹਾਊਸਿੰਗ ਮਾਰਕੀਟ ਚਾਈਨਾ ਦੇ ਵਿੱਚ ਪੂਰੀ ਤਰ੍ਹਾਂ ਡਿਸਟ੍ਰੈਸ ਆ, ਬਹੁਤ ਬੁਰਾ ਹਾਲ ਆ। ਇਨਫਰਾਸਟ੍ਰਕਚਰ ਉਹ ਕੰਟਰੀ ਦੇ ਵਿੱਚ ਬਹੁਤ ਹਜੇ ਹੋਰ ਚਾਹੀਦਾ ਹੈਗਾ। ਤੇ ਇਸੇ ਤਰ੍ਹਾਂ ਉਹਨੇ ਦੱਸਿਆ ਵੀ ਜੋ ਪਬਲਿਕ ਹੈਲਥ ਰੀਸਟ੍ਰਿਕਸ਼ਨਸ ਲਗਭਗ 3 ਸਾਲਾਂ ਉਹਨਾਂ ਨੇ ਲਾਈਆਂ ਤੇ ਨਾਲ ਦੀ ਨਾਲ ਟਰੈਵਲ ਬੈਨ ਲਾਇਆ, ਉਹਦੇ ਨਾਲ ਜੋ ਉਹਨਾਂ ਦੀ ਜ਼ੀਰੋ ਟੋਲਰੈਂਸ ਪਾਲਿਸੀ ਸੀਗੀ ਉਸ ਨੂੰ ਵੀ ਡਿਸਮੈਂਟਲ ਕੀਤਾ ਗਿਆ। ਉਹ ਜ਼ਿਆਦਾ ਉਹਨਾਂ ਦੇ ਉੱਤੇ ਉਹਦਾ ਫਰਕ ਨਹੀਂ ਪਿਆ ਹੈਗਾ। ਸੋ ਚਾਈਨਾ ਦੀ ਇਕਨੋਮੀ ਉੱਪਰ ਜਾਣ ਨੂੰ ਵੀ ਬਹੁਤ ਸਮਾਂ ਲੱਗੂਗਾ। ਸੋ ਪੂਰੀ ਦੁਨੀਆ ਨੂੰ ਇਸ ਵੱਲ ਜੋ ਆ ਨਹੀਂ ਦੇਖਣਾ ਚਾਹੀਦਾ। ਇੱਕ ਚੀਫ ਏਸ਼ੀਆ ਦੇ ਇਕਨੋਮਿਸਟ ਆ ਫਰੈਡਰਿਕ ਨਿਊਮੈਨ, ਉਹਨਾਂ ਨੇ ਅੱਜ ਵਾਲ ਸਟਰੀਟ ਜਰਨਲ ਦੇ ਨਾਲ ਇੰਟਰਵਿਊ ਦੇ ਦੌਰਾਨ ਦੱਸਿਆ। ਜੀ,
ਉਧਰ iRobot ਕੰਪਨੀ ਜਿਨ੍ਹਾਂ ਨੇ ਰੂੰਬਾ ਬਣਾਏ ਆ, ਜਿਹੜੇ ਤੁਹਾਡੇ ਘਰਾਂ ਦੇ ਵਿੱਚ ਵੈਕਿਊਮ ਤੇ ਕਈ ਨਾਲ ਮੌਪ ਵੀ ਕਈ ਕਰਦੇ ਆ, ਉਹ 7% ਆਪਣੀ ਵਰਕਫੋਰਸ ਆ ਉਸ ਨੂੰ ਲੇ ਆਫ ਕਰਨ ਜਾ ਰਹੇ ਹੈਗੇ ਆ। ਸੋ ਐਮਾਜ਼ੋਨ ਨੇ ਪਿਛਲੇ ਸਾਲ ਅਨਾਉਂਸ ਕੀਤਾ ਸੀਗਾ ਵੀ iRobot ਨੂੰ ਉਹ 1.7 ਬਿਲੀਅਨ ਡਾਲਰ ਦੇ ਵਿੱਚ ਖਰੀਦਣ ਜਾ ਰਹੇ ਆ, ਜਿਹੜਾ ਕਿ ਫੈਡਰਲ ਟ੍ਰੇਡ ਕਮਿਸ਼ਨ ਦੇ ਅੰਡਰ ਰਿਵਿਊ ਇਹ ਜਿਹੜੀ ਡੀਲ ਆ ਉਹ ਚੱਲ ਰਹੀ ਆ। ਪਰ 7% ਯਾਨੀ ਕਿ 85 ਇੰਪਲਾਈ ਇਸ ਕੰਪਨੀ ਦੇ ਉਹਨਾਂ ਨੂੰ ਲੇ ਆਫ ਕੀਤਾ ਜਾਵੇਗਾ। ਜੀ ਇਦਾਂ ਹੀ ਲਿੰਕਡਇਨ ਵੀ ਸੈਨ ਫਰਾਂਸਿਸਕੋ ਦੇ ਵਿੱਚ ਲੇ ਆਫ ਕਰਨ ਜਾ ਰਹੀ ਆ। ਕਸਾਵੋ ਕੰਪਨੀ ਆ 30% ਰੀਅਲ ਸਟੇਟ ਦੇ ਵਿੱਚ ਜੋ ਹੈਗਾ ਲੇ ਆਫ ਕਰਨ ਜਾ ਰਹੀ ਆ। ਟਵਿਲੀਓ ਇਹ ਵੀ ਸੈਨ ਫਰਾਂਸਿਸਕੋ ਦੀ ਕੰਪਨੀ ਆ, 1500 ਲੋਕਾਂ ਨੂੰ 17% ਆਪਣੀ ਵਰਕਫੋਰਸ। ਇਸੇ ਤਰ੍ਹਾਂ ਟ੍ਰਿਪਲ ਲਿਫਟ ਕਰਕੇ ਕੰਪਨੀ ਆ, ਉਹ 20% ਆਪਣੀ ਜੋ ਵਰਕਫੋਰਸ ਆ ਉਸ ਨੂੰ ਲੇ ਆਫ ਕਰਨ ਜਾ ਰਹੀ ਹੈ। ਜੀ ਇੱਥੇ ਪ੍ਰੋਗਰਾਮ ਦੀ ਸਮਾਪਤੀ ਜਾਣ ਤੋਂ ਪਹਿਲਾਂ ਸਟਾਕ ਮਾਰਕੀਟ ਦਾ ਹਾਲ ਵੀ ਦੱਸ ਜਾਈਏ। ਕੱਲ ਜਿਹੜੀ ਹਰਜੋਤ ਸਿੰਘ ਇਨਫਲੇਸ਼ਨ ਦੇ ਨੰਬਰ ਆਉਣੇ ਆ, ਕਹਿੰਦੇ ਝਟਕਾ ਦੇ ਸਕਦੀ ਹੈ ਉਹ ਸਟਾਕ ਮਾਰਕੀਟ ਨੂੰ, ਪਰ ਅੱਜ ਸਟਾਕ ਮਾਰਕੀਟ ਦੇ ਵਿੱਚ ਖੁਸ਼ੀ ਵਾਲਾ ਹੀ ਮਾਹੌਲ ਰਿਹਾ ਆ। ਡਾਊ ਜੋਨ 376 ਪੁਆਇੰਟ ਵੱਧ ਕੇ 34,246 ਤੇ ਬੰਦ ਹੋਇਆ। S&P 47 ਪੁਆਇੰਟ ਵੱਧ ਕੇ 4137 ਤੇ, ਨੈਸਡੈਕ 174 ਪੁਆਇੰਟ ਵੱਧ ਕੇ 11,892 ਤੇ ਬੰਦ ਹੋਇਆ। ਸੋਨੇ ਦਾ ਭਾਅ $1666 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $79 ਪ੍ਰਤੀ ਬੈਰਲ। 10 ਈਅਰ ਯੀਲਡ 3.7% ਦੇ ਉੱਤੇ ਰਹੀ। ਕ੍ਰਿਪਟੋ ਕਰੰਸੀ 'ਚ ਬਿਟਕੋਇਨ 21,715 ਤੇ ਇਥੀਰੀਅਮ $1500 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਇੰਡੀਆ ਦੇ 82 ਰੁਪਏ ਤੇ 63 ਪੈਸੇ ਰਹੇ ਆ। $1 ਦੇ ਬਰਾਬਰ $1 ਤੇ 33 ਸੈਂਟ। ਇੱਕ ਵਾਰੀ ਫੇਰ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਆ ਸਾਰਿਆਂ ਨੂੰ ਵਰਲਡ ਰੇਡੀਓ ਡੇ ਦੀਆਂ ਬਹੁਤ ਬਹੁਤ ਵਧਾਈਆਂ। ਜੇ ਸੱਚਮੁੱਚ ਹੀ ਤੁਹਾਨੂੰ ਰੇਡੀਓ ਤੋਂ ਕੁਛ ਨਾ ਕੁਛ ਪ੍ਰਾਪਤ ਹੁੰਦਾ ਆ, ਤੁਹਾਡਾ ਦਿਲ ਲੱਗਾ ਰਹਿੰਦਾ ਆ, ਨੌਲੇਜ ਮਿਲਦਾ ਆ, ਤੇ ਜ਼ਰੂਰ ਤੁਸੀਂ ਆਪਣੇ ਜਿੰਨੇ ਵੀ ਦੋਸਤ ਮਿੱਤਰ ਰਿਸ਼ਤੇਦਾਰ ਹੈਗੇ ਆ ਪੂਰੀ ਦੁਨੀਆ 'ਚ ਸਾਰਿਆਂ ਨੂੰ ਕਿਹਾ ਕਰੋ ਵੀ ਪੰਜਾਬੀ ਰੇਡੀਓ USA ਦੀ ਐਪ ਡਾਊਨਲੋਡ ਕਰ ਲਓ। ਬਾਕੀ ਜਿੰਨੇ ਵੀ ਸਾਡੇ ਟੈਰੇਸਟਰੀਅਲ ਰੇਡੀਓ ਸਟੇਸ਼ਨਸ ਹੈਗੇ ਆ ਕੈਲੀਫੋਰਨੀਆ ਦੇ ਵਿੱਚ 14 ਦੇ ਕਰੀਬ, ਉਹਨਾਂ ਸਾਰਿਆਂ ਤੇ ਸੁਣ ਸਕਦੇ ਆ। ਇਸੇ ਤਰ੍ਹਾਂ ਸਾਡੇ ਨਾਲ ਜੋ ਨਵੇਂ ਸਰੋਤੇ ਜੁੜੇ ਆ KLOK 1170 AM ਜੋ ਬੇ ਏਰੀਏ ਦੇ ਵੱਡੇ ਸਟੇਸ਼ਨ ਆ, ਸਭ ਤੋਂ ਵੱਡਾ ਸਟੇਸ਼ਨ ਆ, ਉਹਦੇ ਰਾਹੀਂ ਉਹਨਾਂ ਨੂੰ ਵੀ ਇੱਕ ਵਾਰੀ ਫਿਰ ਜੀ ਆਇਆਂ ਨੂੰ। ਉਹਨਾਂ ਨੂੰ ਵੀ ਆਪੇ ਸਾਰੇ ਆਪਣੇ ਜਦੋਂ ਵੀ ਤੁਸੀਂ ਕੰਮ ਤੇ ਜਾਂਦੇ ਆ ਰੇਡੀਓ ਸੈੱਟ ਨੂੰ ਆਪਣੀ ਕਾਰ ਦੇ ਵਿੱਚ ਔਨ ਕਰ ਲਿਆ ਕਰੋ। ਕੰਮ ਤੋਂ ਵਾਪਸ ਆਉਂਦੇ ਆ ਸੋ ਜਦੋਂ ਵੀ ਟਾਈਮ ਹੁੰਦਾ ਤੁਸੀਂ ਰੇਡੀਓ ਤੇ ਸਾਰੇ ਪ੍ਰੋਗਰਾਮ 7 ਦਿਨ 24 ਘੰਟੇ ਤੇ ਸਾਲ ਦੇ 365 ਦਿਨ ਲਗਾਤਾਰ ਸੁਣ ਸਕਦੇ ਆ। ਜੀ ਪ੍ਰੋਗਰਾਮ ਦੀ ਇੱਥੇ ਸਮਾਪਤੀ ਹੈ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।